ਸਤਿ ਸ੍ਰੀ ਅਕਾਲ ਜੀ। ਦੋ ਪਲ ਦੇਖਣ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਲਾਈਕ ਸ਼ੇਅਰ ਸਬਸਕ੍ਰਾਈਬ ਬਹੁਤ ਵਧੀਆ ਤੁਹਾਡਾ ਪਿਆਰ ਮਿਲ ਰਿਹਾ। ਆਸ ਕਰਦਾ ਵੀ ਇੱਦਾਂ ਹੀ ਮਿਲਦਾ ਰਹੂਗਾ। ਅੱਜ ਫਿਰ ਇੱਕ ਨਵੇਂ ਵਿਸ਼ੇ ਨਾਲ ਤੁਹਾਨੂੰ ਰੂਬਰੂ ਕਰਾਉਣਾ। ਜੋ ਮੈਂ ਪੜ੍ਹ ਕੇ ਸੁਣਾਉਣਾ ਉਹਦੇ ਵਿੱਚ ਕਈ ਵਾਰੀ ਆਮ ਲੋਕਾਂ ਦੇ ਨਾ ਸਮਝ 'ਚ ਨਾ ਆਉਣ ਵਾਲੀਆਂ ਗੱਲਾਂ, ਪਰ ਉਹ ਸਿੱਖਿਆ ਦਾ ਕਿਤੇ ਮਤਲਬ ਗਿਆਨ ਦੇ ਜਾਂਦੇ ਨੇ ਕੁਛ ਗੱਲਾਂ। ਕਈ ਲੋਕ ਥੋੜ੍ਹਾ ਜਿਹਾ ਕਹਿੰਦੇ ਨੇ ਵੀ ਕੁਛ ਸਮਝ ਜਿਹਾ ਨਹੀਂ ਆਇਆ ਵੀ ਕੀ ਕਹਿਣਾ ਚਾਹ ਰਿਹਾ ਹੈ। ਉਹ ਲੇਖਕ ਹੈ ਜੋ ਉਹ ਆਪਣੀ ਭਾਸ਼ਾ ਵਿੱਚ ਲਿਖਦਾ ਹੈ, ਅਤੇ ਉਹ ਜੋ ਲਿਖਣਾ ਲਿਖ ਰਿਹਾ ਹੈਗਾ ਉਹਨੂੰ ਮਤਲਬ ਕਈ ਗੱਲਾਂ ਇਹੀਆਂ ਹੁੰਦੀਆਂ ਨੇ ਵੀ ਸਿਰਫ ਲਿਖ ਕੇ ਹੀ ਸਮਝੀਆਂ ਜਾ ਸਕਦੀਆਂ ਨੇ, ਬੋਲ ਕੇ ਨਹੀਂ ਦੱਸੀਆਂ ਜਾਂਦੀਆਂ। ਮਤਲਬ ਬਹੁਤ ਵਧੀਆ ਉਹ ਹੁੰਦੀਆਂ ਨੇ। ਮਤਲਬ ਜਿਹੜਾ ਬੰਦਾ ਸਮਝ ਲੈਂਦਾ ਵੀ ਯਾਰ ਇੱਥੇ ਕੀ ਬੋਲਿਆ ਗਿਆ ਜਾਂ ਇੱਥੇ ਕੀ ਲਿਖਿਆ ਗਿਆ, ਉਹ ਸਮਝ ਜਾਂਦਾ। ਅੱਜ ਦਾ ਵਿਸ਼ਾ ਆਪਣਾ ਪਛਾਣ ਦਾ ਮਸਲਾ। ਪ੍ਰੋਫੈਸਰ ਮੋਹਨ ਸਿੰਘ ਜੀ ਦਾ ਲਿਖਿਆ ਹੋਇਆ ਪਛਾਣ ਦਾ ਮਸਲਾ। ਅੰਗਰੇਜ਼ਾਂ ਨੇ 1849 ਵਿੱਚ ਪੰਜਾਬ ਦਾ ਰਾਜ ਭਾਗ ਸੰਭਾਲਦਿਆਂ ਹੀ ਇੱਥੇ ਕਲਕੱਤਾ ਯੂਨੀਵਰਸਿਟੀ ਦੀ ਤਰਜ਼ 'ਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ ਵੱਲ ਧਿਆਨ ਕੇਂਦਰਿਤ ਕੀਤਾ। ਅੰਗਰੇਜ਼ੀ ਸਮਝਣ ਵਾਲੀ ਵਸੋਂ ਵੀ ਕਾਫੀ ਸੀ। 1882 ਵਿੱਚ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਈ ਕਰਾਉਣ ਵਾਲੀ ਇਹ ਦੂਜੀ ਯੂਨੀਵਰਸਿਟੀ ਸਥਾਪਿਤ ਹੋ ਗਈ। ਪੰਜਾਬੀ, ਹਿੰਦੀ ਅਤੇ ਉਰਦੂ ਤਿੰਨੇ ਹੀ ਭਾਸ਼ਾਵਾਂ 'ਚ ਆਪੋ ਆਪਣੀ ਤਰਜ਼ 'ਤੇ ਕੋਰਸ ਰੱਖੇ ਗਏ। ਪੰਜਾਬੀ ਵਿੱਚ ਵਿਦਵਾਨੀ, ਬੁੱਧੀਮਾਨੀ ਅਤੇ ਗਿਆਨੀ, ਹਿੰਦੀ ਵਿੱਚ ਪ੍ਰਭਾਕਰ ਕੋਈ ਵੀ ਕਿਸੇ ਵੀ ਕੋਰਸ ਦਾ ਇਮਤਿਹਾਨ ਦੇ ਸਕਦਾ ਸੀ। ਦਿਲਚਸਪ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਸੀ ਕਿ ਪਹਿਲੀਆਂ ਵਿੱਚ ਕਈਆਂ ਨੇ ਗਿਆਨੀ ਪਾਸ ਕੀਤੀ ਜ਼ਰੂਰ, ਪਰ ਉਰਦੂ ਯਾਨੀ ਸ਼ਾਹਮੁਖੀ ਲਿਪੀ ਵਿੱਚ ਮੇਰੇ ਮਾਮਾ ਜੀ ਆਪਣੇ ਨਾਂ ਪਿੱਛੇ HPLL ਲਿਖਦੇ ਹੁੰਦੇ ਸਨ। ਮਤਲਬ ਔਨਰਸ ਇਨ ਪੰਜਾਬੀ ਲੈਂਗੁਏਜ ਐਂਡ ਲਿਟਰੇਚਰ। ਤਿਆਰੀ ਆਪ ਹੀ ਕਰਨੀ ਪੈਂਦੀ ਅਤੇ ਨਤੀਜਾ ਮਸਾਂ 20 ਜਾਂ 25% ਹੀ ਨਿਕਲਦਾ ਸੀ। ਸਕੂਲਾਂ ਵਿੱਚ ਪੰਜਾਬੀ ਹਿੰਦੀ ਅਧਿਆਪਕ ਦੀ ਨੌਕਰੀ ਤਕਰੀਬਨ ਯਕੀਨੀ ਹੁੰਦੀ ਸੀ, ਜਾਂ ਅਗਾਹਾਂ BA ਕੇਵਲ ਅੰਗਰੇਜ਼ੀ ਕਰਕੇ MA ਕਰਨ ਦਾ ਰਾਹ ਖੁੱਲ੍ਹ ਜਾਂਦਾ ਸੀ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਲਾਗੇ ਦੋ ਥਾਵਾਂ ਮਸ਼ਹੂਰ ਸਨ। ਇੱਕ ਨਿਹਾਲ ਸਿੰਘ ਰਸ ਦਾ ਗਿਆਨੀ ਕਾਲਜ ਅਤੇ ਦੂਜਾ SS ਅਮੋਲ ਦਾ ਗੁਰੂ ਰਾਮਦਾਸ ਕਾਲਜ। ਜਦੋਂ 1954 ਵਿੱਚ ਅਮੋਲ ਹੋਰਾਂ ਕਾਲਜ ਛੱਡ ਦਿੱਤਾ ਤਾਂ ਉਹ ਕਾਲਜ ਵਿਧਾਤਾ ਸਿੰਘ ਤੀਰ ਨੇ ਸੰਭਾਲ ਲਿਆ। ਪਤਾ ਨਹੀਂ ਕਿਉਂ ਮੈਟ੍ਰਿਕ ਬਾਅਦ ਮੈਂ ਅਤੇ ਮੇਰਾ ਇੱਕ ਦੋਸਤ ਗਿਆਨੀ ਕਰਨ ਲਈ ਗੁਰੂ ਰਾਮਦਾਸ ਕਾਲਜ ਜਾ ਵੜੇ। ਲੱਗੀ ਹੋਈ ਕਲਾਸ ਜਿਸ ਵਿੱਚ ਜ਼ਿਆਦਾਤਰ ਲੜਕੀਆਂ ਸਨ ਛੱਡ ਕੇ ਪਾਪਾ ਜੀ ਨੇ ਪੁੱਛਿਆ ਕਿ 12 ਆਉਂਦੀਆਂ ਨੇ? ਮੈਂ ਕਿਹਾ ਜੀ ਸਾਰੀਆਂ ਆਉਂਦੀਆਂ ਨੇ। ਆਖੇ ਕਿਹੜੀਆਂ ਕਿਹੜੀਆਂ ਨੇ? ਮੈਂ ਸਮਝ ਗਿਆ ਕਿ ਜੰਗਾਂ ਦੇ ਨਾਂ ਪੁੱਛੇ ਹਨ। ਮੈਂ ਫਟਾਫਟ ਜਵਾਬ ਦਿੱਤਾ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਐਂਡ ਸਪੈਨਿਸ਼ ਸਕਸੈਸ਼ਨ ਆਫ ਰੋਜ਼ਿਜ਼, 100 ਜੀਜ਼ਰ ਵਾਰ। ਅਤੇ ਇਸ ਤਰ੍ਹਾਂ ਜਿਹੜੀ ਵਾਰ ਅਸੀਂ ਮੈਟ੍ਰਿਕ ਦੇ ਹਿਸਟਰੀ ਕੋਰਸ ਵਿੱਚ ਰੜਦੇ ਰਹੇ ਸਾਰੀਆਂ ਗਿਣਾ ਦਿੱਤੀਆਂ। ਵਿਧਾਤਾ ਸਿੰਘ ਤੀਰ ਨੇ ਸਾਨੂੰ ਤੁਰੰਤ ਕਮਰੇ 'ਚੋਂ ਬਾਹਰ ਕੱਢ ਦਿੱਤਾ ਅਤੇ ਜਮਾਤ ਨੂੰ ਸੰਬੋਧਿਤ ਹੁੰਦੇ ਹੋਏ ਆਸਾ ਦੀ ਵਾਰ
ਦਾ ਨਾਂ ਤੱਕ ਨਹੀਂ ਪਤਾ ਤੇ ਆ ਗਏ ਗਿਆਨੀ ਕਰਨ। ਮੈਂ ਜਦੋਂ ਆਸਾ ਦੀ ਵਾਰ ਸੁਣਿਆ ਤਾਂ ਪਿਛਾਂ ਮੁੜਿਆ ਅਤੇ ਬਲਿਹਾਰੀ ਗੁਰੂ ਆਪਣੇ ਦਿਉਹਾੜੀ ਸਦਵਾਰ ਸਾਰਾ ਸ਼ਬਦ ਸੁਣਾ ਦਿੱਤਾ। ਹੁਣ ਪਾਪਾ ਜੀ ਖੁਸ਼, ਬੜੇ ਖੁਸ਼। ਛੁੱਟੀ ਦੀ ਅਰਜੀ ਲਿਖਵਾਈ। ਮੈਂ ਖੁਸ਼ ਖਤ ਲਿਖ ਫੜਾਈ। ਬਸ ਮੈਂ ਦਾਖਲ ਹੋ ਗਿਆ। ਉਦੋਂ ਇਮਤਿਹਾਨ ਲਈ ਦਾਖਲੇ ਵੀ ਕੀਤੇ ਜਾ ਰਹੇ ਸਨ। ਇਮਤਿਹਾਨ ਆ ਗਿਆ। ਚੰਗੇ ਨੰਬਰਾਂ ਨਾਲ ਗਿਆਨੀ ਹੋ ਗਈ। ਹਾਲਾਂਕਿ ਕੱਦ ਕਾਠ, ਉਮਰ ਅਤੇ ਗੱਲਬਾਤ ਕਰਨ ਦਾ ਢੰਗ ਇਸ ਤੱਥ ਦੀ ਪੁਸ਼ਟੀ ਨਹੀਂ ਸਨ ਕਰਦੇ। ਮੇਰੇ ਗੁਆਂਢ ਵਿੱਚ 2 ਰੇਲਵੇ ਕਰਮਚਾਰੀ ਰਹਿੰਦੇ ਸਨ। ਦੋਵੇਂ ਵਰਕਸ਼ਾਪ ਵਿੱਚ ਸਨ ਅਤੇ ਦੋਵਾਂ ਦੇ ਪਰਿਵਾਰ ਪਿੰਡ ਰਹਿੰਦੇ ਸਨ। ਬਾਜ਼ਾਰ ਵੱਲ ਲੱਗਦਾ ਇੱਕ ਕਮਰਾ ਉਹਨਾਂ ਨੇ ਕਿਰਾਏ 'ਤੇ ਲਿਆ ਹੋਇਆ ਸੀ ਅਤੇ ਆਪਣੀ ਰੋਟੀ ਡਿਊਟੀ ਵਿੱਚ ਪਕਾਉਂਦੇ ਸਨ। ਸਾਂਝੇ ਖਰੀਦੇ ਹੋਏ ਸਟੋਵ ਤੇ ਕਮਰੇ ਵਿੱਚ 2 ਮੰਜੀਆਂ, ਛੋਟਾ ਮੋਟਾ ਸਮਾਨ ਅਤੇ ਇੱਕ ਅਲਮਾਰੀ ਸੀ। ਕੁਰਸੀ ਮੇਜ਼ ਕੋਈ ਨਹੀਂ ਸੀ ਰੱਖਿਆ ਹੋਇਆ। ਕੰਜੂਸ ਦੋਵੇਂ ਰੱਜ ਕੇ ਸਨ, ਇੱਥੋਂ ਤੱਕ ਕਿ ਚਾਨਣ ਲਈ ਲਾਲਟੈਨ ਵੀ ਨਹੀਂ ਸੀ ਰੱਖੀ ਹੋਈ। ਬਸ ਵੱਡਾ ਸਾਰਾ ਮਿੱਟੀ ਦਾ ਦੀਵਾ ਸੀ, ਜਿਸ ਦਾ ਮਾਲਿਕ ਗੁਲਜ਼ਾਰ ਸਿੰਘ ਸੀ। ਪਤਾ ਨਹੀਂ ਕਿਉਂ ਕਿਸੇ ਗੱਲੋਂ ਦੋਹਾਂ ਵਿੱਚ ਬੋਲਚਾਲ ਬੰਦ ਹੋ ਗਿਆ। ਉਹ ਆਪੋ ਆਪਣੇ 2-2 ਫੁਲਕੇ ਬਾਰੋ ਬਾਰੀ ਉਸ ਸਾਂਝੇ ਸਟੋਵ 'ਤੇ ਲਾਉਣ ਲੱਗੇ। ਇੱਥੋਂ ਤੱਕ ਕਿ ਜਦੋਂ ਗੁਲਜ਼ਾਰ ਸਿੰਘ ਨੇ ਦੇਖਿਆ ਕਿ ਉਹਦੇ ਦੀਵੇ ਦਾ ਚਾਨਣ ਤਾਂ ਰੂੜ ਸਿੰਘ ਵਾਲੇ ਪਾਸੇ ਵੀ ਜਾ ਰਿਹਾ ਹੈ, ਤਾਂ ਉਸਨੇ ਅੱਧ ਵਿਚਕਾਰ ਰੱਸੀ ਬੰਨ੍ਹ ਕੇ ਕੱਪੜੇ ਦਾ ਪਰਦਾ ਤਾਣ ਦਿੱਤਾ। ਰੂੜ ਸਿੰਘ ਵਾਲਾ ਪਾਸਾ ਗਲੀ ਵੱਲ ਸੀ। ਉਸ ਨੂੰ ਸਾਹਮਣੇ ਪੈਂਦੀ ਸਟਰੀਟ ਲਾਈਟ ਦਾ ਫਾਇਦਾ ਸੀ। ਖੈਰ, ਕੁਝ ਦਿਨ ਬਾਅਦ ਉਸਨੇ ਨਾਲ ਲੱਗਦੇ ਮਕਾਨ ਦਾ ਵੱਖਰਾ ਬਾਹਰਲਾ ਕਮਰਾ ਲੈ ਲਿਆ। ਜਦੋਂ ਰੂੜ ਸਿੰਘ ਨੂੰ ਮੇਰੇ ਬਾਰੇ ਪਤਾ ਲੱਗਾ ਕਿ ਆਹ ਨਿਕਚੂ ਜਿਹਾ ਗਿਆਨੀ ਕਰ ਗਿਆ ਹੈ, ਤਾਂ ਉਹਨੂੰ ਵੀ ਸ਼ੌਂਕ ਜਾਗਿਆ। ਉਸ ਕੋਲ ਪੜ੍ਹਾਈ ਕਰਨ ਲਈ ਬਿਲਕੁਲ ਨਹੀਂ ਸੀ। ਕਲਾਸ ਵੀ ਸ਼ਾਮੀ ਲੱਗਦੀਆਂ ਸਨ, ਪਰ ਉਸਦਾ ਹੱਠ ਦੇਖਣ ਵਾਲਾ ਸੀ। ਬੜੀ ਰੋਹ ਵਾਲੀ ਦਿੱਖ ਸੀ ਅਤੇ ਬਹੁਤੇ ਲੋਕੀ ਤਾਂ ਉਸ ਨੂੰ ਕਹਿੰਦੇ ਹੀ ਗਿਆਨੀ ਜੀ ਸਨ। ਉਹਨੇ ਸੋਚਿਆ ਕਿ ਗਿਆਨੀ ਬਣ ਕੇ ਹੀ ਗਿਆਨੀ ਅਖਵਾਉਣ ਦਾ ਮਜ਼ਾ ਹੈ। ਦਾਖਲਾ ਭੇਜਿਆ, ਇਮਤਿਹਾਨ ਹੋ ਗਿਆ, ਪਰਚੇ ਵੀ ਠੀਕ ਹੋ ਗਏ ਤੇ ਨਤੀਜੇ ਦੀ ਉਡੀਕ ਸੀ। ਉਹਨੇ ਬੜੀ ਸੋਹਣੀ ਐਲਮੂਨੀਅਮ ਦੀ ਰੰਗਦਾਰ ਨੇਮ ਪਲੇਟ ਵੀ ਬਣਵਾ ਲਈ, ਗਿਆਨੀ ਰੂੜ ਸਿੰਘ ਜੱਬਲ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨਤੀਜਾ ਮਾੜਾ ਨਿਕਲਿਆ ਤੇ ਜੱਬਲ ਸਾਹਿਬ ਦੀ ਲਿਸ਼ਕਾਂ ਮਾਰਦੀ ਨੇਮ ਪਲੇਟ ਅਲਮਾਰੀ ਵਿੱਚ ਹੀ ਸਜੀ ਰਹੀ। ਅਗਲੀ ਵਾਰ ਜਦੋਂ ਨਤੀਜਾ ਪਾਸ ਨਿਕਲਿਆ ਤਾਂ ਉਸੇ ਵੇਲੇ ਗਿਆਨੀ ਰੂੜ ਸਿੰਘ ਜੱਬਲ ਨੇ ਉਹ ਸ਼ਾਨਦਾਰ ਪਲੇਟ ਆਪਣੇ ਕਿਰਾਏ ਵਾਲੇ ਘਰ ਦੇ ਬਾਹਰ 2 ਪੇਚਾਂ ਨਾਲ ਕੱਸ ਦਿੱਤੀ। ਕੁਝ ਦੇਰ ਬਾਅਦ ਜਦੋਂ ਉਹਨੂੰ ਉਹ ਕਮਰਾ ਕਿਸੇ ਕਾਰਨ ਛੱਡਣਾ ਪਿਆ, ਤਾਂ ਉਸ ਨੇ ਨੇੜੇ ਹੀ ਇੱਕ ਹੋਰ ਕਮਰਾ ਲੈ ਲਿਆ। ਸਮਾਨ ਤਾਂ 1-2 ਦਿਨਾਂ ਬਾਅਦ ਵਿੱਚ ਤਬਦੀਲ ਕੀਤਾ। ਸਭ ਤੋਂ ਪਹਿਲਾਂ ਗਿਆਨੀ ਹੋਰਾਂ ਆਪਣੀ ਉਹ ਲਿਸ਼ਕਦੀ ਨੇਮ ਪਲੇਟ ਸ਼ਿਫਟ ਕੀਤੀ। ਮੈਨੂੰ ਯਾਦ ਹੈ, ਗਿਆਨੀ ਹੋਰੀ ਗੁਆਂਢ ਵਿੱਚ ਰਹਿੰਦੀ ਸਕੂਲ ਜਾਂਦੀ ਲੜਕੀ ਨੂੰ ਪੁੱਛ ਰਹੇ ਸੀ ਕਿ ਗੁੱਡੀ ਤੁਹਾਡਾ ਘਰ ਕਿੱਥੇ ਹੈ। ਲੜਕੀ ਨੇ ਆਪਣੇ ਢੰਗ ਨਾਲ ਪੂਰੀ ਜਾਣਕਾਰੀ ਦੇ ਦਿੱਤੀ। ਗਿਆਨੀ ਹੋਰੀ ਉਸ ਨੂੰ ਸਮਝਾ ਰਹੇ ਸੀ ਕਿ ਜੇ ਕੋਈ ਪੁੱਛੇ ਤਾਂ ਸਿੱਧਾ ਆਖਿਆ ਕਰੋ ਕਿ ਸਾਡੇ ਘਰ ਗਿਆਨੀ ਰੂੜ ਸਿੰਘ ਜੱਬਲ ਦੇ ਘਰ ਤੋਂ 3 ਮਕਾਨ ਹੈ। ਜਿੰਨੀ ਵਾਰੀ ਵੀ ਗਿਆਨੀ ਹੋਰਾਂ ਆਪਣੇ ਕਮਰਾ ਬਦਲਿਆ, ਸਭ ਤੋਂ ਪਹਿਲਾਂ ਉੱਥੇ ਉਹਨਾਂ ਦੀ ਨੇਮ ਪਲੇਟ ਹੀ ਜਾਂਦੀ। ਕਾਫੀ ਸਾਲਾਂ ਬਾਅਦ ਉਹਨਾਂ ਦੇ ਨਾਲ ਲੱਗਦੀ ਗਲੀ 'ਚ ਆਪਣਾ ਮਕਾਨ ਖਰੀਦ ਲਿਆ। ਰਜਿਸਟਰੀ ਤੋਂ ਫੌਰਨ ਬਾਅਦ
ਲੋੜੀਂਦੀ ਮੁਰੰਮਤ ਤੇ ਕਲੀ ਪੇਂਟ ਤੇ ਉਹ ਵੀ ਪਹਿਲਾਂ ਨੇਮ ਪਲੇਟ ਉੱਥੇ ਲੱਗ ਗਈ। ਪਰਿਵਾਰ ਬਾਅਦ ਚ ਆਇਆ। ਅਸਲ ਮਸਲਾ ਹੁੰਦਾ ਹੈ ਹਰ ਸ਼ਖਸ ਦੀ ਆਪਣੀ ਪਛਾਣ ਦਾ। ਮੈਂ ਵੀ ਜਦੋਂ 1957 ਵਿੱਚ BSc BD ਕੀਤੀ ਤਾਂ ਫਟਾਫਟ ਇਸੇ ਤਰ੍ਹਾਂ ਆਪਣੀ ਨੇਮ ਪਲੇਟ ਬਣਵਾਈ ਸੀ। ਮੁੱਖ ਗੇਟ 'ਤੇ ਕੁਝ ਮਹੀਨਿਆਂ ਲੱਗੀ ਵੀ ਰਹੀ, ਪਰ ਮੈਨੂੰ ਛੇਤੀ ਹੀ ਇਸ ਵਿਚਲੇ ਸੁਪਨੇ ਦਾ ਅਹਿਸਾਸ ਹੋ ਗਿਆ। ਘਰ ਦੇ ਬਾਹਰ ਮੁੱਖ ਵਸਨੀਕ ਦਾ ਨਾਂ ਅਤੇ ਕੋਈ ਅਹੁਦਾ ਲਿਖਿਆ ਹੋਣਾ ਜ਼ਰੂਰੀ ਜਾਣਕਾਰੀ ਤਾਂ ਹੈ ਅਤੇ ਨਵੇਂ ਆਏ ਗਏ ਲਈ ਸਹੂਲਤ ਵੀ, ਪਰ ਦੇਖਣ ਵਿੱਚ ਆਉਂਦਾ ਹੈ ਕਿ ਕਈਆਂ ਨੇਮ ਪਲੇਟਾਂ ਦੇ ਨਾਂ ਤੋਂ ਬਾਅਦ 4-4 5-5 ਡਿਗਰੀਆਂ ਅਤੇ ਡਿਪਲੋਮੇ ਵੀ ਲਿਖੇ ਹੁੰਦੇ ਹਨ। ਸੋਚੀਦਾ ਹੈ ਕਿ ਇਹ ਕਿਹੜੇ ਡਾਕੀਏ ਨੇ ਪੜ੍ਹਨੇ ਹਨ। ਇੱਥੇ ਹੀ ਬਸ ਨਹੀਂ, ਜਦੋਂ ਚੋਣਾਂ ਦੇ ਨਤੀਜੇ ਆਉਂਦੇ ਹਨ ਤਾਂ ਜੇਤੂ ਸਰਪੰਚ, ਕੌਂਸਲਰ, MLA, ਮੇਅਰ ਜਾਂ ਸੰਸਦ ਮੈਂਬਰ ਜਲਦੀ ਤੋਂ ਜਲਦੀ ਤੀਰ ਦੀ ਨੋਕ ਨਾਲ ਰਿਹਾਇਸ਼ ਦਾ ਪਤਾ ਦੱਸਦਿਆਂ ਕਈ ਵਾਰ ਨੇਮ ਪਲੇਟਾਂ ਥਾਂ ਲਗਾਉਂਦੇ ਹਨ। ਇਹ ਗੱਲ ਵੱਖਰੀ ਹੈ ਜਦੋਂ ਕੋਈ ਸ਼ਖਸ ਉਸ ਪਤੇ 'ਤੇ ਮਿਲਣ ਜਾਂਦਾ ਹੈ ਤਾਂ ਅਕਸਰ ਉਹ ਉਪਲਬਧ ਨਹੀਂ ਹੁੰਦੇ। ਨੇਮ ਪਲੇਟ ਅੱਜ ਕੱਲ੍ਹ ਵੀ ਮਸ਼ਹੂਰ ਹੈ। ਅੱਜ ਕੁਛ ਹੋਰ ਤਰੀਕੇ ਨਾਲ, ਪਹਿਲਾਂ ਕੁਛ ਹੋਰ ਤਰੀਕੇ ਨਾਲ ਹੁੰਦੀ ਸੀ। ਅਲੱਗ ਅਲੱਗ ਨੇਮ ਪਲੇਟਾਂ ਆਉਂਦੀਆਂ ਨੇ, ਕੋਈ ਕੁਛ ਲਿਖਾਉਂਦਾ, ਕੋਈ ਕੁਛ ਲਿਖਾਉਂਦਾ। ਆਪਣੀ ਆਪਣੀ ਰਾਏ ਹੈ। ਧੰਨਵਾਦ ਜੀ। ਕੱਲ੍ਹ ਨੂੰ ਕਿਸੇ ਹੋਰ ਵਿਸ਼ੇ ਨਾਲ ਜ਼ਰੂਰ ਮਿਲਾਂਗੇ। ਬਹੁਤ ਵਧੀਆ ਪਛਾਣ ਦਾ ਮਸਲਾ